हाँ जी, स्वागत है जी तुहाडा सारिਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਲੈਕਚਰਰ ਭਰਤੀ ਹੈ ਜਿਹੜੀ ਉਹ ਸਟਾਰਟ ਹੋਣ ਵਾਲੀ ਹੈ, ਉਹਦੀਆਂ ਵੈਕੈਂਸੀਆਂ ਜਿਹੜੀਆਂ ਆਉਣ ਵਾਲੀਆਂ ਨੇਗੀਆਂ। ਸੋ ਇਹਦੇ ਨਾਲ ਸੰਬੰਧਿਤ ਜਿਓਗ੍ਰਾਫੀ ਸਬਜੈਕਟ ਦੇ 2500 ਪਲੱਸ ਮਹੱਤਵਪੂਰਨ ਪ੍ਰਸ਼ਨ ਉੱਤਰ ਤੁਹਾਡੇ ਲਈ ਸਟਾਰਟ ਕਰ ਰਹੇ ਹਾਂ। ਸੋ ਵੋਟਿੰਗ ਕਰਵਾਈ ਸੀ। ਇਸ ਤੋਂ ਇਲਾਵਾ ਪੰਜਾਬੀ ਅਤੇ ਹਿਸਟਰੀ ਸਬਜੈਕਟ ਦੀ ਜਲਦੀ ਕਲਾਸ ਹੈ ਜਿਹੜੀ ਉਹ ਵੀ ਸਟਾਰਟ ਕਰ ਦੇਵਾਂਗੇ। ਸੋ ਇਹ ਪਹਿਲਾ ਭਾਗ ਹੈ। ਤੁਹਾਡੀ ਵੋਟਿੰਗ ਦੇ ਚੱਲਦੇ ਤਾਂ ਕਾफ़ी ज़्यादा ਰਿਸਪੌਂਸ ਜਿਹੜਾ ਮਿਲਿਆ ਹੈ ਕਿ ਕਲਾਸ ਹੈ ਜਿਹੜੀ ਸਟਾਰਟ ਕਰੀ ਜਾਵੇ। ਤਾਂ ਮਹੱਤਵਪੂਰਨ ਪ੍ਰਸ਼ਨ ਉੱਤਰ ਜਿਓਗ੍ਰਾਫੀ ਸਬਜੈਕਟ ਦੇ ਸਟਾਰਟ ਕਰਨ ਜਾ ਰਹੇ ਹਾਂ। ਪੰਜਾਬੀ ਲੈਂਗੁਏਜ ਦੇ ਵਿੱਚ ਹੈ। ਤੁਹਾਨੂੰ ਪਹਿਲਾਂ ਅਸੀਂ ਵੀਡੀਓ ਜਿਹੜੇ ਦੱਸਿਆ ਸੀਗਾ ਕਿ 45 ਦਿਨਾਂ ਦੇ ਵਿੱਚ ਸਾਰਾ ਪ੍ਰੋਸੈਸ ਹੈ ਜਿਹੜਾ ਲੈਕਚਰਰ ਭਰਤੀ ਦਾ ਕੰਪਲੀਟ ਕੀਤਾ ਜਾਏਗਾ, ਕਿਉਂਕਿ ਵੋਟਾਂ ਵੀ ਨੇੜੇ ਨੇ। ਸੋ ਸਰਕਾਰ ਜਲਦੀ 'ਚ ਹੈ, ਜਲਦੀ 'ਚ ਇਹ ਪ੍ਰੋਸੈਸ ਜਿਹੜਾ ਕੰਪਲੀਟ ਕੀਤਾ ਜਾਏਗਾ। 1200 ਲੈਕਚਰਾਰਾਂ ਦੀਆਂ ਪੋਸਟਾਂ ਦਾ ਐਲਾਨ ਹੈ ਜਿਹੜਾ ਉਹ ਕੀਤਾ ਗਿਆ ਹੈ। ਜਲਦੀ ਕੰਪਲੀਟ ਕਰਨ ਦੇ ਨਿਰਦੇਸ਼ ਹੈ ਉਹ ਦਿੱਤੇ ਗਏ ਨੇ। ਇਸ ਕਰਕੇ ਆਪਣੀ ਤਿਆਰੀ ਕੰਟੀਨਿਊ ਰੱਖਿਓ। ਬਾਕੀ ਦੇ ਕੰਮ ਛੱਡ ਕੇ ਕਲਾਸ ਲਈ ਸਮਾਂ ਜ਼ਰੂਰ ਕੱਢਿਓ। MCQ ਵਨ ਲਾਈਨਰ ਥਿਓਰੀ ਟਾਈਪ ਜੋ ਵੀ ਸਟੱਡੀ ਮਟੀਰੀਅਲ ਹੋਏਗਾ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ। ਫਿਲਹਾਲ 2500 ਕੁਐਸਚਨਾਂ ਤੋਂ ਸਟਾਰਟ ਕਰ ਰਹੇ ਹਾਂ। 2500 ਕੁਐਸਚਨ ਬਹੁਤ ਹੁੰਦੇ ਹੈ, ਸੋ ਧਿਆਨ ਨਾਲ ਰੀਡ ਕਰਿਓ। ਹਰ ਇੱਕ ਕਲਾਸ ਡੇਲੀ ਜੁਆਇਨ ਕਰਿਓ। 3 ਵਜੇ ਕਲਾਸ ਦਾ ਸਮਾਂ ਹੋਇਆ ਕਰੇਗਾ। ਸੋ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਆਲ 'ਤੇ ਪ੍ਰੈਸ ਜ਼ਰੂਰ ਕਰ ਲਿਓ, ਤਾਂ ਤੁਹਾਨੂੰ ਹਰ ਇੱਕ ਅਪਡੇਟ ਕਲਾਸ ਦਾ ਸਮਾਂ ਸਮੇਂ ਸਿਰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਤਾਂ ਸਟਾਰਟ ਕਰਦੇ ਹਾਂ ਜੀ ਭਾਗ ਪਹਿਲੇ ਦੇ ਪ੍ਰਸ਼ਨ ਉੱਤਰ। ਤਾਂ ਵਨ ਲਾਈਨਰ ਮਹੱਤਵਪੂਰਨ ਪ੍ਰਸ਼ਨ ਉੱਤਰ ਨੇ। ਪਹਿਲਾ ਪ੍ਰਸ਼ਨ ਹੈ, ਦੰਡਕਾਰਨੀ ਹੈ ਜਾਂ ਦੰਡਕਾਰਨ ਪ੍ਰੋਜੈਕਟ ਹੈ ਜਿਹੜਾ ਉਹ ਮੱਧ ਪ੍ਰਦੇਸ਼ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ? ਤਾਂ ਉਹ ਹੈ ਜੀ ਮੱਧ ਪ੍ਰਦੇਸ਼ ਦਾ ਬਸਤਰ ਜ਼ਿਲ੍ਹਾ। ਤਾਂ ਇਹਦੇ ਵਿੱਚ ਦੰਡਕਾਰਨ ਪ੍ਰੋਜੈਕਟ ਹੈ। ਇਸ 'ਤੇ ਕੁਐਸਚਨ ਪੁੱਛਿਆ ਜਾਂਦਾ, ਮੋਸਟ ਇੰਪੋਰਟੈਂਟ ਕੁਐਸਚਨ ਹੈ ਪਹਿਲਾਂ ਹੀ। ਤਾਂ ਇਹ ਮੱਧ ਪ੍ਰਦੇਸ਼ ਦੇ ਬਸਤਰ ਜ਼ਿਲ੍ਹੇ ਦੇ ਵਿੱਚ ਹੈ। ਜਾਂ ਘੁਮਾ ਫਿਰਾ ਕੇ ਪੁੱਛਿਆ ਜਾਂਦਾ ਹੈ ਕਿ ਜੋ ਦੰਡਕਾਰਨੀ ਪ੍ਰੋਜੈਕਟ ਹੈ ਤਾਂ ਇਹ ਬਸਤਰ ਵਿੱਚ ਹੈ, ਤਾਂ ਇਸ ਕਿਹੜੀ ਸਟੇਟ ਦੇ ਅੰਡਰ ਪੈਂਦਾ ਹੈ? ਤਾਂ ਆਪਸ਼ਨ ਦੇ ਵਿੱਚ ਆ ਜਾਏਗਾ ਮੱਧ ਪ੍ਰਦੇਸ਼। ਅਗਲਾ ਪ੍ਰਸ਼ਨ ਹੈ, ਮੱਚਕੁੰਡ ਜਲ ਬਿਜਲੀ ਪਰਿਯੋਜਨਾ ਕਿਹੜੇ ਰਾਜਾਂ ਦਾ ਸੰਯੁਕਤ ਉਪਕ੍ਰਮ ਹੈ, ਯਾਨੀ ਕਿ ਮਿਸ਼ਰਣ ਹੈ? ਤਾਂ ਉਹ ਹੈ ਜੀ ਉੜੀਸਾ ਅਤੇ ਆਂਧਰਾ ਪ੍ਰਦੇਸ਼ ਦਾ। ਜੋ ਮੱਚਕੁੰਡ ਜਲ ਬਿਜਲੀ ਪਰਿਯੋਜਨਾ ਹੈ ਇਹ 2 ਰਾਜ ਨੇ, ਸਟੇਟਾਂ ਨੇ, ਇਹਨਾਂ ਦਾ ਸੰਯੁਕਤ ਜਿਹੜਾ ਉਪਕ੍ਰਮ ਹੈ ਉੜੀਸਾ ਅਤੇ ਆਂਧਰਾ ਪ੍ਰਦੇਸ਼। ਅਗਲਾ ਪ੍ਰਸ਼ਨ ਹੈ, ਰਾਜਸਥਾਨ ਦੀ ਗੰਗਾ ਨਹਿਰ ਨੂੰ ਪਾਣੀ ਹੈ ਜਿਹੜਾ ਉਹ ਕਿਸ ਨਦੀ ਤੋਂ ਪ੍ਰਾਪਤ ਹੁੰਦਾ ਹੈ? ਤਾਂ ਉਹ ਹੁੰਦਾ ਜੀ ਸਤਲੁਜ ਨਹਿਰ ਤੋਂ, ਸਤਲੁਜ ਨਦੀ ਤੋਂ। ਅਗਲਾ ਪ੍ਰਸ਼ਨ ਹੈ, ਵਿਜੇਨਗਰ ਸਾਮਰਾਜ ਦੀ ਰਾਜਧਾਨੀ ਹੰਪੀ ਕਿਸ ਨਦੀ ਦੇ ਤੱਟ 'ਤੇ ਸਥਿਤ ਹੈ? ਤਾਂ ਇਹ ਸਥਿਤ ਹੈ ਜੀ ਤੁੰਗਭਦਰਾ ਨਦੀ ਦੇ ਤੱਟ 'ਤੇ। ਜੋ ਵਿਜੇ ਸਾਮਰਾਜ ਹੈ ਇਸ ਦੀ ਰਾਜਧਾਨੀ ਹੈ ਹੰਪੀ, ਤਾਂ ਇਹ ਤੁੰਗਭਦਰਾ ਨਦੀ ਦੇ ਤੱਟ 'ਤੇ ਸਥਿਤ ਹੈ। ਅਗਲਾ ਪ੍ਰਸ਼ਨ ਹੈ, ਸਰਦਾਰ ਸਰੋਵਰ ਕਿਹੜੇ ਰਾਜ ਦੇ ਵਿੱਚ ਹੈ? ਤਾਂ ਇਹ ਹੈ ਜੀ ਗੁਜਰਾਤ ਦੇ ਵਿੱਚ। ਬਰੌਲੀ ਤੇਲ ਸੋਧਕ ਕਾਰਖਾਨਾ ਹੈ ਜਿਹੜਾ ਹੈ ਇਹ ਕਿਹੜੇ ਰਾਜ ਦੇ ਵਿੱਚ ਹੈ? ਇਹ ਕਾਰਖਾਨਾ ਹੈ ਜੀ ਬਿਹਾਰ ਦੇ ਵਿੱਚ। ਬ੍ਰਾਜ਼ੀਲ ਸਥਿਤ ਅਮੇਜ਼ਨ ਬੇਸਨ ਦੇ ਜੋ ਵਣ ਨੇ ਇਹ ਕੀ ਕਹਿਲਾਉਂਦੇ ਨੇ, ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਹਨਾਂ ਨੂੰ ਕਿਹਾ ਜਾਂਦਾ ਹੈ ਸੇਲਵਾਸ। ਇਹ ਤਿੰਨੋਂ ਮੋਸਟ ਇੰਪੋਰਟੈਂਟ ਕੁਐਸਚਨ ਨੇ। ਸਰਦਾਰ ਸਰੋਵਰ ਤਾਂ ਅਕਸਰ ਐਗਜ਼ਾਮ ਦੇ ਵਿੱਚ ਪੁੱਛਿਆ ਹੀ ਜਾਂਦਾ ਹੈ। ਅਮਰੀਕਾ ਦੇ ਵਿੱਚ ਆਸਵਾਨ ਡੈਮ ਕਿਸ ਨਦੀ 'ਤੇ ਸਥਿਤ ਹੈ? ਤਾਂ ਇਹ ਹੈ ਜੀ ਨੀਲ ਨਦੀ 'ਤੇ। ਰਬਾਤ ਕਿਸ ਦੇਸ਼ ਦੀ ਰਾਜਧਾਨੀ ਹੈ? ਤਾਂ ਇਹ ਹੈ ਜੀ ਮੋਰੋਕੋ ਦੀ। ਭਾਰਤ ਵਿੱਚ ਕਿੰਨੇ ਖੇਤਰ ਵਣ ਨੇ? 752.3 ਲੱਖ ਹੈਕਟੇਅਰ ਜੋ ਭਾਰਤ ਦੇ ਵਿੱਚ ਖੇਤਰ ਵਣ ਨੇ। ਦੇਸ਼ ਦੇ ਵਿੱਚ ਕਿੰਨੀਆਂ ਬਾਗ ਪਰਿਯੋਜਨਾਵਾਂ ਹਨ, ਕਾਰਜਕ੍ਰਿਤ ਹਨ? ਤਾਂ ਉਹ ਨੇ ਜੀ 23। ਫਰੀਟਾਊਨ ਕਿਸ ਦੇਸ਼ ਦੀ ਰਾਜਧਾਨੀ ਹੈ? ਤਾਂ ਇਹ ਹੈ ਜੀ ਸਿਆਰਾ ਲਿਓਨ ਦੀ। ਅਗਲਾ ਪ੍ਰਸ਼ਨ ਹੈ, ਡਾਇਮੰਡ ਹਾਰਬਰ ਅਤੇ ਸਾਲਟ ਲੇਕ
ਸਿਟੀ ਸਥਿਤ ਹੈ ਤਾਂ ਇਹ ਕਿੱਥੇ ਹੈ? ਤਾਂ ਇਹ ਹੈ ਜੀ ਕਲਕੱਤਾ ਦੇ ਵਿੱਚ। ਤਾਂ ਬੈਰੋਮੀਟਰ ਦਾ ਪਾਰਾ ਜੋ ਅਚਾਨਕ ਡਿੱਗ ਜਾਣ ਨਾਲ ਕਿਸ ਪ੍ਰਕਾਰ ਦੇ ਮੌਸਮ ਦਾ ਸੰਕੇਤ ਮਿਲਦਾ ਹੈ? ਤਾਂ ਇਹ ਮਿਲਦਾ ਹੈ ਜੀ ਤੂਫਾਨੀ ਮੌਸਮ ਦਾ। ਭਾਰਤ ਅਤੇ ਪਾਕਿਸਤਾਨ ਦੇ ਸੀਮਾ ਨਿਰਧਾਰਿਤ ਕੀਤੀ ਗਈ ਸੀ, ਕਿਸ ਦੁਆਰਾ ਕੀਤੀ ਗਈ ਸੀ? ਰੈਡਕਲਿਫ ਰੇਖਾ ਦੁਆਰਾ। ਜੋ ਭਾਰਤ ਅਤੇ ਪਾਕਿਸਤਾਨ ਦੀ ਸੀਮਾ ਹੈ ਇਹਨਾਂ ਨੂੰ ਵੰਡਦੀ ਹੈ ਤਾਂ ਰੈਡਕਲਿਫ ਰੇਖਾ ਉਸ ਨੂੰ ਕਿਹਾ ਜਾਂਦਾ ਹੈ। ਅਗਲਾ ਹੈ ਗੋਬੀ ਮਾਰੂਥਲ ਕਿੱਥੇ ਸਥਿਤ ਹੈ? ਤਾਂ ਇਹ ਜੀ ਮੰਗੋਲੀਆ ਦੇ ਵਿੱਚ। ਸੋਫੀਆ ਕਿਸ ਦੇਸ਼ ਦੀ ਰਾਜਧਾਨੀ ਹੈ? ਤਾਂ ਇਹ ਹੈ ਜੀ ਬੁਲਗੇਰੀਆ ਦੀ। ਮਾਰੂਸਥਲੀ ਰਾਸ਼ਟਰੀ ਪਾਰਕ 1981 ਦੇ ਵਿੱਚ ਸਥਾਪਿਤ ਹੋਇਆ ਸੀ। ਇਹ ਪਾਰਕ ਰਾਜਸਥਾਨ ਦੇ ਕਿਸ ਸਥਾਨ ਕਿੰਨਾਂ ਜ਼ਿਲ੍ਹਿਆਂ ਦੇ ਵਿੱਚ ਹੈ? ਤਾਂ ਇਹ ਹੈ ਜੀ ਬਾੜਮੇਰ ਅਤੇ ਜੈਸਲਮੇਰ ਦੇ ਵਿੱਚ। ਰਿਟਰ ਦੁਆਰਾ ਰਚਿਤ ਆਰਡਕੁੰਡੇ ਨਾਮਕ ਗ੍ਰੰਥ ਦੇ ਵਿੱਚ ਭੂਗੋਲ ਦਾ ਉਲੇਖ ਕੀ ਕੀਤਾ ਗਿਆ ਹੈ? ਤਾਂ ਇਹ ਕੀਤਾ ਗਿਆ ਜੀ ਮਹਾਂਦੀਪ ਦਾ ਪ੍ਰਦੇਸ਼ਕ ਅਧਿਐਨ। ਅਗਲਾ ਪ੍ਰਸ਼ਨ ਹੈ ਪੋਲੀਗੰਗਾ ਜਲ ਬਿਜਲੀ ਪਰਿਯੋਜਨਾ ਕਿਸ ਰਾਜ ਦੇ ਵਿੱਚ ਹੈ? ਤਾਂ ਇਹ ਹੈ ਜੀ ਉੱਤਰ ਪ੍ਰਦੇਸ਼ ਰਾਜ ਦੇ ਵਿੱਚ। ਸੋ ਨਾਲ ਦੀ ਨਾਲ ਕੁਐਸਚਨ ਤੁਸੀਂ ਨੋਟ ਵੀ ਕਰ ਸਕਦੇ ਹੋ। ਰਾਜਸਥਾਨ ਦੇ ਇੱਕ ਖੇਤਰੀ ਅਨੁਸੰਧਾਨ ਕੇਂਦਰ ਦੁਆਰਾ ਤਿਆਰ ਕੀਤੀ ਗਈ ਸ਼ੰਕਰ ਬੀਜ ਦੀ ਨਵੀਂ ਕਿਸਮ ਹੈ ਜਿਹੜੀ 00 ਕਿਸ ਫਸਲ ਦੀ ਹੈ? ਤਾਂ ਇਹ ਕਿਸਮ ਹੈ ਜੀ ਸਰੋਂ ਦੀ 00 ਜੋ ਉਸਦਾ ਨਾਮ ਹੈ। ਕਿਸ ਭੂਗੋਲਵੇਤਾ ਨੂੰ ਮਾਨਵ ਭੂਗੋਲ ਦਾ ਜਨਮਦਾਤਾ ਕਿਹਾ ਜਾਂਦਾ ਹੈ? ਤਾਂ ਇਹ ਕਿਹਾ ਜਾਂਦਾ ਹੈ ਜੀ ਫਰੈਡਰਿਕ ਰੇਟਜ਼ੇਲ ਨੂੰ। ਅਗਲਾ ਪ੍ਰਸ਼ਨ ਹੈ ਆਸਟ੍ਰੇਲੀਆ ਦੇ ਵਿੱਚ ਸਥਿਤ ਕਲਗੋਰਲੀ ਕਿਸ ਦੇ ਲਈ ਪ੍ਰਸਿੱਧ ਹੈ? ਤਾਂ ਇਹ ਪ੍ਰਸਿੱਧ ਹੈ ਜੀ ਸਵਰਨ ਉਤਪਾਦਨ ਦੇ ਲਈ। ਥਾਰੂ ਲੋਕਾਂ ਦਾ ਨਿਵਾਸ ਕਿੱਥੇ ਹੈ? ਜੋ ਥਾਰੂ ਲੋਕ ਸੀਗੇ ਤਾਂ ਇਹ ਸੀਗਾ ਜੀ ਉੱਤਰ ਪ੍ਰਦੇਸ਼ ਦੇ ਵਿੱਚ। ਅਗਲਾ ਪ੍ਰਸ਼ਨ ਹੈ ਜੋ ਮਾਰੂਥਲੀ ਪੌਦਾ ਹੈ ਤਾਂ ਇਸ ਦੀਆਂ ਜੜ੍ਹਾਂ ਨੇ ਜਿਹੜੀਆਂ ਕਿਸ ਕਾਰਨ ਲੰਬੀਆਂ ਹੋ ਜਾਂਦੀਆਂ ਨੇ? ਪਾਣੀ ਦੀ ਤਲਾਸ਼ ਦੇ ਵਿੱਚ। ਸੋ ਜੋ ਮਾਰੂਥਲੀ ਪੌਦਾ ਹੁੰਦਾ ਹੈ ਤਾਂ ਇਸ ਕਰਕੇ ਇਹਦੀਆਂ ਜੜ੍ਹਾਂ ਜਿਹੜੀਆਂ ਲੰਬੀਆਂ ਹੁੰਦੀਆਂ ਨੇ। ICICI ਦੀ ਸਥਾਪਨਾ ਕਦੋਂ ਹੋਈ ਸੀ? ਤਾਂ ਇਹ ਹੋਈ ਸੀ ਜੀ 1955 ਦੇ ਵਿੱਚ। ਜੀਵਨ ਬੀਮਾ ਦਾ ਰਾਸ਼ਟਰੀਕਰਨ ਕਦੋਂ ਹੋਇਆ ਸੀ? 1956 ਦੇ ਵਿੱਚ। ਸੋ 55 ਯਾਦ ਰੱਖ ਸਕਦੇ ਹੋ। ICICI ਦੀ ਸਥਾਪਨਾ 1955 ਦੇ ਵਿੱਚ ਹੋਈ ਹੈ। ਜੀਵਨ ਬੀਮਾ ਦਾ ਰਾਸ਼ਟਰੀਕਰਨ ਹੈ ਜਿਹੜਾ 1956 ਦੇ ਵਿੱਚ ਹੋਇਆ ਸੀ। ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਕਦੋਂ ਹੋਈ ਸੀ? ਤਾਂ ਇਹ ਹੋਈ ਸੀ ਜੀ 1935 ਦੇ ਵਿੱਚ। ਬੋਰਡ ਫਾਰ ਇੰਡਸਟਰੀਜ਼ ਐਂਡ ਫਾਈਨੈਂਸ਼ੀਅਲ ਰਿਸਟ੍ਰਿਕਸ਼ਨਸ ਦੀ ਸਥਾਪਨਾ ਕਦੋਂ ਹੋਈ ਸੀ? ਤਾਂ ਇਹ ਹੋਈ ਸੀ ਜੀ 1987 ਦੇ ਵਿੱਚ। ਸੋ ਇੱਦਾਂ ਦੇ ਕੁਐਸਚਨ ਕਾਫੀ ਪੁੱਛੇ ਜਾਂਦੇ ਆ ਐਗਜ਼ਾਮ ਦੇ ਵਿੱਚ ਸਥਾਪਨਾ ਨਾਲ ਸੰਬੰਧਿਤ, ਖਾਸ ਕਰ ਰਿਜ਼ਰਵ ਬੈਂਕ ਆਫ ਇੰਡੀਆ ਅਤੇ ਜੀਵਨ ਬੀਮਾ, ਇਹ ਦੋ ਕੁਐਸਚਨ ਇੰਪੋਰਟੈਂਟ ਨੇ ਇਹਦੇ ਵਿੱਚ। ਸੁਤੰਤਰ ਭਾਰਤ ਦਾ ਪਹਿਲਾ ਆਮ ਬਜਟ ਪ੍ਰਸਤੁਤ ਕਰਨ ਵਾਲਾ ਵਿੱਤ ਮੰਤਰੀ ਕੌਣ ਸੀ? ਤਾਂ ਉਹ ਸੀਗਾ RK ਸਣਾ ਮੁਖਸ਼ੈਟੀ। ਉਸ ਵਿਅਕਤੀ ਦਾ ਨਾਮ ਸੀਗਾ, ਵਿੱਤ ਮੰਤਰੀ ਸੀਗੇ ਜਿਨ੍ਹਾਂ ਨੇ ਸੁਤੰਤਰ ਭਾਰਤ ਦੇ ਵਿੱਤ ਮੰਤਰੀ ਸੀ, ਆਮ ਬਜਟ ਨੂੰ ਜਿਨ੍ਹਾਂ ਨੇ ਪ੍ਰਸਤੁਤ ਕੀਤਾ ਸੀਗਾ। ਵਾਣਿਜਿਕ ਪੱਧਰ ਦੀ ਦੇਸ਼ ਦੀ ਪਹਿਲੀ ਸੌਰ ਊਰਜਾ ਪਰਿਯੋਜਨਾ ਕਿੱਥੇ ਸਥਾਪਿਤ ਕੀਤੀ ਜਾ ਰਹੀ ਹੈ? ਤਾਂ ਉਹ ਕੀਤੀ ਜਾ ਰਹੀ ਹੈ ਜੀ ਮਥਾਨੀਆਂ ਦੇ ਵਿੱਚ। ਅਗਲਾ ਪ੍ਰਸ਼ਨ ਹੈ ਸ਼ੇਅਰ ਬਾਜ਼ਾਰ ਤੇ। ਸ਼ੇਅਰ ਬਾਜ਼ਾਰ ਵਿੱਚ ਉਸ ਵਿਅਕਤੀ ਨੂੰ ਕੀ ਕਿਹਾ ਜਾਂਦਾ ਹੈ ਜੋ ਭਵਿੱਖ ਦੇ ਵਿੱਚ ਸ਼ੇਅਰ ਕੀਮਤਾਂ ਵਿੱਚ ਵਾਧਾ ਹੋਣ ਦਾ ਅਨੁਮਾਨ ਕਰਦਾ ਹੈ ਅਤੇ ਉਸ ਨੂੰ ਦੇਖਦੇ ਹੋਏ ਭਵਿੱਖ ਵਿੱਚ ਸ਼ੇਅਰ ਵੇਚ ਲਾਭ ਕਮਾਉਣ ਦੇ ਉਦੇਸ਼ ਨਾਲ ਸ਼ੇਅਰ ਦੀ ਜਿਹੜੀ ਖਰੀਦਦਾਰੀ ਕਰਦਾ ਹੈ, ਯਾਨੀ ਕਿ ਸ਼ੇਅਰ ਨੂੰ ਖਰੀਦਦਾ ਹੈ, ਤਾਂ ਉਸ ਨੂੰ ਕਿਹਾ ਜਾਂਦਾ ਹੈ ਜੀ ਬੁੱਲ। ਅਗਲਾ ਪ੍ਰਸ਼ਨ ਹੈ ਉਹ ਮੁਦਰਾ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮੰਗ ਦੀ ਤੁਲਨਾ ਦੇ ਵਿੱਚ ਪੂਰਤੀ ਅਧਿਕ ਹੁੰਦੀ ਹੈ, ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਧਾਰ ਮੁਦਰਾ, ਤਾਂ ਉਸ ਨੂੰ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਬੇਰੁਜ਼ਗਾਰੀ 'ਤੇ ਹੈ। ਭਾਰਤ ਵਿੱਚ ਬੇਰੁਜ਼ਗਾਰੀ ਦਾ ਮੁੱਖ ਸਰੂਪ ਕੀ ਹੈ? ਤਾਂ ਉਹ ਹੈ ਜੀ ਸਰਚਨਾਤਮਕ। G8 ਸੰਗਠਨ ਦੇ ਵਿੱਚ ਸ਼ਾਮਿਲ ਕੀਤਾ 8ਵਾਂ ਰਾਸ਼ਟਰ ਕਿਹੜਾ ਹੈ? ਤਾਂ ਉਹ ਹੈ ਜੀ ਰੂਸ। ਭਾਰਤ ਦੀ ਪਹਿਲੀ ਜਨਗਣਨਾ ਕਦੋਂ ਹੋਈ ਸੀ? ਤਾਂ ਇਹ ਹੋਈ ਸੀ ਜੀ 1872 ਦੇ ਵਿੱਚ।
ਭਾਰਤ ਸਰਕਾਰ ਨੇ ਆਪਣੀ ਪਹਿਲੀ ਲਘੂ ਖੇਤਰ ਉਦਯੋਗ ਨੀਤੀ ਦੀ ਘੋਸ਼ਣਾ ਕਦੋਂ ਕੀਤੀ ਸੀ? ਤਾਂ ਇਹ ਕੀਤੀ ਸੀ 6 ਅਗਸਤ 1991 ਨੂੰ। ਵਿਸ਼ਵ ਜਨਸੰਖਿਆ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈ? ਤਾਂ ਇਹ ਮਨਾਇਆ ਜਾਂਦਾ ਜੀ 11 ਜੁਲਾਈ ਨੂੰ। ਗਰੀਬੀ ਹਟਾਉਣਾ ਅਤੇ ਆਤਮ ਨਿਰਭਰ ਦੀ ਪ੍ਰਾਪਤੀ ਕਿਸ 5 ਸਾਲੀ ਯੋਜਨਾ ਦਾ ਪ੍ਰਮੁੱਖ ਟੀਚਾ ਹੈ? ਤਾਂ ਉਹ ਹੈ ਜੀ 5ਵੀਂ 5 ਸਾਲਾ ਯੋਜਨਾ ਦਾ। ਰਾਸ਼ਟਰੀ ਸੁਰੱਖਿਆ ਕੋਸ਼ ਦੀ ਸਥਾਪਨਾ ਕਦੋਂ ਕੀਤੀ ਗਈ ਸੀ? ਤਾਂ ਇਹ ਕੀਤੀ ਗਈ ਸੀ ਜੀ 22 ਅਕਤੂਬਰ 1962 ਨੂੰ। ਦੇਸ਼ ਦਾ ਪਹਿਲਾ ਰਾਜ ਕਿਹੜਾ ਹੈ? ਕਿਹੜੀ ਪਹਿਲੀ ਸਟੇਟ ਹੈ ਜਿਸ ਦੇ ਸਾਰੇ ਵਿਕਾਸ ਖੰਡਾਂ ਨੂੰ ਕੰਪਿਊਟਰ ਨੈੱਟਵਰਕ ਨਾਲ ਜੋੜ ਦਿੱਤਾ ਗਿਆ ਹੈ? ਤਾਂ ਉਹ ਹੈ ਜੀ ਆਂਧਰਾ ਪ੍ਰਦੇਸ਼। ਭਾਰਤ ਵਿੱਚ ਵਰਤਮਾਨ ਵਿੱਚ ਰੁਪਏ ਦੀ ਪਰਿਵਰਤਨੀयता ਲਾਗੂ ਹੈ। ਭੁਗਤਾਨ ਤੋਲਣ ਦੇ ਇਹਦਾ ਆਨਸਰ ਆਏਗਾ ਚਾਲੂ ਖਾਤੇ ਦੇ। ਸਮਾਧਾਨ ਯੋਜਨਾ ਦਾ ਸੰਬੰਧ ਕਿਸ ਨਾਲ ਹੈ? ਤਾਂ ਉਹ ਹੈ ਜੀ ਕਰ ਵਿਵਾਦ ਨਾਲ। ਵਿਜ਼ਨ 2000 ਕਿਸ ਰਾਜ ਸਰਕਾਰ ਦੁਆਰਾ ਪ੍ਰਸ਼ਾਸਨ ਅਤੇ ਵਿਕਾਸ ਦੇ ਲਈ ਕੀਤੀ ਗਈ ਯੋਜਨਾ? ਤਾਂ ਉਹ ਹੈ ਜੀ ਤਮਿਲਨਾਡੂ ਸਟੇਟ ਲਈ, ਤਮਿਲਨਾਡੂ ਰਾਜ ਲਈ। ਬੇਕਾਨ 98 ਕੀ ਸੀਗਾ? ਤਾਂ ਇਹ ਬੈਂਕ ਅਰਥ ਸ਼ਾਸਤਰੀਆਂ ਦਾ ਇੱਕ ਸੰਮੇਲਨ ਸੀਗਾ। ਬੇਕਾਨ 98। ਯੂਨਿਟ ਟਰਸਟ ਆਫ ਇੰਡੀਆ ਦਾ ਪ੍ਰਮੁੱਖ ਉਦੇਸ਼ ਕੀ ਹੈ? ਤਾਂ ਇਹ ਹੈ ਜੀ ਛੋਟੀਆਂ ਛੋਟੀਆਂ ਬਚਤਾਂ ਨੂੰ ਉਤਸ਼ਾਹਿਤ ਕਰਨਾ। ਸੋ ਦੋਸਤੋ, ਇਹ ਪਹਿਲੇ ਭਾਗ ਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਸੀ ਲੈਕਚਰਰ ਵੈਕੈਂਸੀ ਨੂੰ ਲੈ ਕੇ ਜਿਓਗ੍ਰਾਫੀ ਸਬਜੈਕਟ ਦੇ। ਉਮੀਦ ਕਰਦੇ ਹਾਂ ਤੁਹਾਨੂੰ ਇਹ ਕੁਐਸਚਨ ਸਮਝ ਆਏ ਹੋਣਗੇ, ਸੌਖੇ ਲੱਗੇ ਹੋਣਗੇ, ਚੰਗੇ ਲੱਗੇ ਹੋਣਗੇ। ਤਾਂ ਕਮੈਂਟ ਦੇ ਵਿੱਚ ਰਿਪਲਾਈ ਜ਼ਰੂਰ ਕਰਿਓ ਤਾਂ ਤੁਹਾਡੀ ਕਲਾਸ ਹੈ ਜਿਹੜੀ ਉਹ ਕੰਟੀਨਿਊ ਸਟਾਰਟ ਰੱਖ ਸਕੀਏ ਅਤੇ ਹੋਰ ਤੁਹਾਨੂੰ ਜੋ ਵੀ ਸਟੱਡੀ ਮਟੀਰੀਅਲ ਹੈ ਉਹ ਵੀਡੀਓ ਜ਼ਰੀਏ ਪ੍ਰੋਵਾਈਡ ਕਰਦੇ ਰਹੀਏ। ਸੋ ਕੰਟੀਨਿਊ ਵੀਡੀਓ ਲੌਂਗ ਵੀ ਕਰਾਂਗੇ। ਸੋ ਇਹ ਪਹਿਲੀ ਕਲਾਸ ਹੈ, ਇਸ ਕਰਕੇ ਘੱਟ ਟਾਈਮ ਦੀ ਰੱਖੀ ਹੈ। ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਬਾਕੀ 3 ਵਜੇ ਤੁਹਾਡੀ ਡੇਲੀ ਜਿਹੜੀ ਕਲਾਸ ਹੈ ਉਹ ਜਿਓਗ੍ਰਾਫੀ ਦੀ ਹੋਇਆ ਕਰੇਗੀ। ਬਾਕੀ ਤੁਹਾਡੇ ਰਿਸਪੌਂਸ ਦੇ ਹਿਸਾਬ ਨਾਲ ਇਹ ਵੀਡੀਓ ਜਿਹੜੀ ਅੱਗੇ ਅਪਡੇਟ ਕਰਦੇ ਰਹਾਂਗੇ। ਸੋ ਪਹਿਲੀ ਵੀਡੀਓ ਹੈ। ਮਿਲਦੇ ਹਾਂ ਜੀ ਅਗਲੇ ਨਵੇਂ ਪ੍ਰਸ਼ਨਾਂ ਨਾਲ, ਅਗਲੀ ਨਵੀਂ ਜਾਣਕਾਰੀ ਨਾਲ। ਉਹ ਤੱਕ ਲਈ ਧੰਨਵਾਦ ਜੀ।